ਅੰਗਰੇਜ਼ਾਂ ਨੂੰ ਭਗਤ ਸਿੰਘ ਅੱਤਵਾਦੀ ਲੱਗਦਾ ਰਿਹਾ, ਭਾਰਤ ਦੀ ਹਕੂਮਤ ਨੂੰ ਅੱਤਵਾਦੀ ਲੱਗਦਾ, ਤੇ ਜਿਹੜੇ ਭਾਰਤੀ ਹਕੂਮਤ ਦੇ ਹੱਥ ਠੋਕੇ ਆ ਉਹਨਾਂ ਨੂੰ ਭਗਤ ਸਿੰਘ ਅੱਤਵਾਦੀ ਲੱਗਦਾ। ਸਟੇਟ ਦੇ ਖਾਸ ਆਪਣੇ ਆਪ ਨੂੰ ਸਾਬਤ ਕਰਨ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਕਿਹਾ, ਹੁਣ ਨਹੀਂ ਕਿਹਾ, ਪਹਿਲਾਂ ਵੀ ਕਈ ਵਾਰੀ ਕਿਹਾ। ਇਹਨਾਂ ਦਾ ਨਾਨਾ ਰੂੜ ਸਿੰਘ, ਉਹਨੇ ਜਰਨਲ ਡਾਇਰ ਨੂੰ ਸਰੋਪਾ ਦਿੱਤਾ, ਔਰ ਤੁਹਾਡੇ ਚੈਨਲ ਤੇ ਬੋਲਦੇ ਇਹਨਾਂ ਨੇ ਕਿਹਾ ਨਾ ਕਿ ਅਸੀਂ ਤਾਂ ਵੀ ਜਿਹੜਾ ਸੀਗਾ ਮੇਰੇ ਨਾਨਾ ਜੀ ਨੇ ਤਾਂ ਜਰਨਲ ਡਾਇਰ ਨੂੰ ਠੰਡਾ ਕਰਨ ਵਾਸਤੇ ਜਿਹੜਾ ਸੀਗਾ ਸਰੋਪਾ ਦਿੱਤਾ। ਇੱਕ ਸਿਰਫਿਰਿਆ ਬੰਦਾ, ਇੱਕ ਅੰਗਰੇਜ਼ਾਂ ਦਾ ਪਿੱਠੂ, ਅੰਗਰੇਜ਼ਾਂ ਦਾ ਚਾਕਰ ਜਿਹੜਾ ਉਹਨੂੰ ਸਰੋਪਾ ਦਿੰਦਾ ਤੇ ਮਾਨ ਉਹਦੀ ਤਾਰੀਫ ਕਰਦਾ ਹੈਗਾ ਕਿ ਮਾਨ ਸਾਹਿਬ ਦੇ ਜਿਹੜੇ ਜੀਨਸ ਦੇ ਵਿੱਚ ਇੱਕ ਫਾਲਟ ਹੈਗਾ, ਕਿਉਂਕਿ ਇਹ ਖਾਨਦਾਨੀ ਜਿਹੜੇ ਹੈਗੇ ਆ ਨਾ ਉਹ ਸਟੇਟ ਦੇ ਪਿੱਠੂ ਨੇ। ਮੋਦੀ ਖਿਲਾਫ ਬਿਆਨਬਾਜ਼ੀ ਕਰਨ ਦੀ ਬਜਾਏ ਭਗਤ ਸਿੰਘ ਦੇ ਖਿਲਾਫ ਜਿਹੜੀ ਹੈਗੀ ਹੈ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈਗਾ, ਉਹਦੇ ਤੋਂ ਸਾਫ਼ ਆ ਕਿ ਇਹ ਵਿਅਕਤੀ ਕਿਸੇ ਵੀ ਤਰੀਕਾਂ ਦਾ ਲੋਕ ਧੈਸ਼ੀ, ਪੰਜਾਬ ਧੈਸ਼ੀ ਨਹੀਂ ਹੋ ਸਕਦਾ। ਪਰ ਖਾਲਿਸਤਾਨ ਦੀ ਗੱਲ ਤਾਂ ਬਹੁਤ ਸਮਾਂ ਬਾਅਦ ਚ ਹੋਣ ਲੱਗੀ ਆ। ਭਗਤ ਸਿੰਘ ਵੇਲੇ ਤਾਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਸੀ, ਭਗਤ ਸਿੰਘ ਨੇ ਤਾਂ ਕੋਈ ਖਾਲਿਸਤਾਨ ਦਾ ਵਿਰੋਧ ਨਹੀਂ ਕੀਤਾ। ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲੇ ਅੱਤਵਾਦੀ ਸੀ, ਉਹ ਤਾਂ ਇਹ ਸਾਬਤ ਕਰਨ ਲੱਗੇ ਹੋਏ ਆ। ਮਾਨ ਸਾਹਿਬ ਉਹਦੀ ਤਿਆਰੀ ਕਰਨ ਦੀ ਬਜਾਏ ਮੈਂ ਪਾਰਲੀਮੈਂਟ 'ਚ ਜਾ ਕੇ ਵੀ ਉਹ ਮੁੱਦਿਆਂ ਦੀ ਗੱਲ ਕਰੂੰਗਾ, ਉਹ ਤਾਂ ਹੋਰ ਹੀ ਗੱਲਾਂ ਕਰਨ ਲੱਗੇ, ਉਹ ਤਾਂ ਭਗਤ ਸਿੰਘ ਨੂੰ ਟਾਰਗੇਟ ਕਰਨ ਲੱਗੇ। ਵਾਹਿਗੁਰੂ ਅੱਗੇ ਵੀ ਅਰਦਾਸ ਕਰੋ ਇਹਨਾਂ ਨੂੰ ਸਮੱਤ ਬਖਸ਼ੇ, ਔਰ ਕੋਸ਼ਿਸ਼ ਕਰੋ ਕਿ ਇਹਨਾਂ ਦਾ ਦਿਮਾਗੀ ਤਵਾਜ਼ਨ ਠੀਕ ਹੋਵੇ। ਡਾਕਟਰੀ ਸਲਾਹ ਦੀ ਲੋੜ ਹੈਗੀ ਆ, ਉਹ ਵੀ ਚੰਗੇ ਡਾਕਟਰ ਤੋਂ ਲੈ ਕੇ ਦਿਓ। ਭਗਤ ਸਿੰਘ ਜਿਹਨੂੰ ਚੁੱਭਦਾ, ਕੇਂਦਰ ਦੀ ਹਕੂਮਤ ਨੂੰ ਚੁੱਭਦਾ, ਅੰਗਰੇਜ਼ਾਂ ਨੂੰ ਚੁੱਭਦਾ ਸੀ। ਕੱਲ੍ਹ ਦੀ ਇੱਕ ਸੋਸ਼ਲ ਮੀਡੀਆ ਉੱਤੇ ਚਰਚਾ ਚੱਲ ਰਹੀ ਹੈ, ਸੋਸ਼ਲ ਮੀਡੀਆ 'ਤੇ ਵੀ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ। ਉਹ ਚਰਚਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਇੱਕ ਬਿਆਨ ਨੂੰ ਲੈ ਕੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਤੇ ਸ਼ਹੀਦ ਵੀ ਨਹੀਂ ਕਿਹਾ। ਉੱਥੇ ਆਮ ਆਦਮੀ ਪਾਰਟੀ ਉਸ ਦੇ ਵਿਰੋਧ ਵਿੱਚ ਉਤਰੀ। ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਮੀਤ ਹੈਰ ਵੱਲੋਂ ਇਹ ਕਿਹਾ ਗਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਗੱਲ ਲਈ ਮੁਆਫੀ ਮੰਗਣ ਕਿ ਉਹਨਾਂ ਨੇ ਭਗਤ ਸਿੰਘ ਦਾ ਨਿਰਾਦਰ ਕੀਤਾ। ਕਿ ਵਾਕਈ ਭਗਤ ਸਿੰਘ ਦਾ ਨਿਰਾਦਰ ਹੋਇਆ, ਕਿ ਵਾਕਈ ਭਗਤ ਸਿੰਘ ਅੱਤਵਾਦੀ ਸੀ, ਜਾਂ ਜਿਵੇਂ ਭਾਰਤੀ ਸੰਵਿਧਾਨ ਦੇ ਵਿੱਚ ਜਾਂ ਭਾਰਤ ਅਨੁਸਾਰ ਸਰਕਾਰ ਅਨੁਸਾਰ ਉਹਨਾਂ ਨੂੰ ਹਾਲੇ ਤੱਕ ਸ਼ਹੀਦ ਦਾ ਦਰਜਾ ਨਹੀਂ ਮਿਲਿਆ। ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਲਿਆ ਜਾ ਰਿਹਾ। ਸਾਡੇ ਨਾਲ ਰਜਿੰਦਰਦੀਪ ਸਿੰਘ ਵਾਲਾ ਨੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਉਂਦਾ, ਹੁਣ ਵੀ ਆਉਂਦਾ, ਪਹਿਲਾਂ ਵੀ ਆਇਆ ਸੀ ਇੱਕ ਸੀਨੀਅਰ ਪੱਤਰਕਾਰ ਨੂੰ ਇੰਟਰਵਿਊ ਦੇ ਦੌਰਾਨ ਕਿ ਭਗਤ ਸਿੰਘ ਅੱਤਵਾਦੀ ਹੈ। ਤੁਸੀਂ ਕਹਿਣਾ ਚਾਹੋ? ਅੰਗਰੇਜ਼ਾਂ ਨੂੰ ਭਗਤ ਸਿੰਘ ਅੱਤਵਾਦੀ ਲੱਗਦਾ ਰਿਹਾ, ਭਾਰਤ ਦੀ ਹਕੂਮਤ ਨੂੰ ਅੱਤਵਾਦੀ ਲੱਗਦਾ, ਤੇ ਜਿਹੜੇ ਭਾਰਤੀ ਹਕੂਮਤ ਦੇ ਹੱਥ ਠੋਕੇ ਆ ਉਹਨਾਂ ਨੂੰ ਭਗਤ ਸਿੰਘ ਅੱਤਵਾਦੀ ਲੱਗਦਾ। ਇਸ ਕਰਕੇ ਭਾਰਤੀ ਹਕੂਮਤ ਦੇ ਬਹੁਤ ਖਾਸ ਬਣਨ ਦੀ ਜਿਹੜੀ ਇੱਛਾ ਮਨ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੈਗੀ ਆ। ਇਸ ਕਰਕੇ ਜਿਹੜੇ ਲੋਕ ਭਾਰਤੀ ਸਟੇਟ ਨੂੰ ਚੁੱਭਦੇ ਹੈਗੇ ਆ ਉਹਨਾਂ ਨੂੰ ਸਟੇਟ ਵੀ ਅੱਤਵਾਦੀ ਕਹਿੰਦੀ ਆ। ਇਸੇ ਕਰਕੇ ਸਟੇਟ ਦੇ ਖਾਸ ਆਪਣੇ ਆਪ ਨੂੰ ਸਾਬਤ ਕਰਨ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਕਿਹਾ, ਹੁਣ ਨਹੀਂ ਕਿਹਾ, ਪਹਿਲਾਂ ਵੀ ਕਈ ਵਾਰੀ ਕਿਹਾ। ਸਵਾਲ ਇਹ ਬਣਦਾ ਕਿ ਅੱਜ ਮੋਦੀ ਹਕੂਮਤ ਦੇਸ਼ ਦੀਆਂ ਘੱਟ ਗਿਣਤੀਆਂ ਦੇ ਖਿਲਾਫ ਜਾਂ ਦੇਸ਼ ਦੇ ਜਿਹੜੇ ਇੱਥੋਂ ਦੇ ਸੂਬੇ ਆ ਉਹਨਾਂ ਦੇ ਅਧਿਕਾਰਾਂ ਨੂੰ ਜਿਹੜੀ ਆ ਖਤਮ ਕਰ ਰਹੀ ਹੈਗੀ ਆ, ਤਾਕਤਾਂ ਦਾ ਕੇਂਦਰੀਕਰਨ ਕਰ ਰਹੀ ਆ, ਔਰ ਹਿੰਦੁਸਤਾਨ ਦਾ ਜਿਹੜਾ ਇੱਕ ਫਾਸਿਸਟ ਰਾਜ ਆ ਉਹ ਬਣਾਉਣਾ ਚਾਹੁੰਦੀ ਆ। ਤੇ ਅੱਜ ਇਸ ਦੇਸ਼ ਦੇ ਲੋਕਾਂ ਦਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਆ ਉਹ ਕੇਂਦਰ ਦੀ ਹਕੂਮਤ ਆ, ਮੋਦੀ ਹਕੂਮਤ ਆ, ਜਿਹੜੀ ਭਾਰਤ ਨੂੰ ਸ਼੍ਰੀਲੰਕਾ ਵਾਲੇ ਪਾਸੇ ਤੋੜ ਰਹੀ ਹੈਗੀ ਹੈ। ਜਿਵੇਂ ਸ਼੍ਰੀਲੰਕਾ 'ਚ ਅੱਜ ਭੁੱਖ ਮਰੀ ਆ, ਨਾ ਬਿਜਲੀ ਆ ਰਹੀ ਆ, ਨਾ ਖਾਣ ਨੂੰ ਕੁਛ ਮਿਲ ਰਿਹਾ, ਲੋਕ ਸੜਕਾਂ 'ਤੇ ਨਿੱਤਰੇ ਹੋਏ ਹੈਗੇ ਆ। ਇਸ ਕਰਕੇ ਅੱਜ ਲੋੜ ਮੋਦੀ ਹਕੂਮਤ ਦੇ ਖਿਲਾਫ ਜਿਹੜੀ ਲੜਾਈ ਵਿੱਢਣ ਦੀ ਆ। ਪਰ ਜਿਹੜਾ ਬੰਦਾ ਮੋਦੀ ਦੀ ਥਾਂ ਤੇ ਅੱਜ ਸ਼ਹੀਦ ਭਗਤ ਸਿੰਘ ਨੂੰ ਆਪਣਾ ਦੁਸ਼ਮਣ ਸਮਝੀ ਬੈਠਾ, ਮੋਦੀ ਖਿਲਾਫ ਬਿਆਨਬਾਜ਼ੀ ਕਰਨ ਦੀ ਬਜਾਏ ਭਗਤ ਸਿੰਘ ਦੇ ਖਿਲਾਫ ਜਿਹੜੀ ਹੈਗੀ ਹੈ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈਗਾ, ਉਹਦੇ ਤੋਂ ਸਾਫ਼ ਆ ਕਿ ਇਹ ਵਿਅਕਤੀ ਕਿਸੇ ਵੀ ਤਰੀਕਾਂ ਦਾ ਲੋਕ ਧੈਸ਼ੀ, ਪੰਜਾਬ ਧੈਸ਼ੀ ਨਹੀਂ ਹੋ ਸਕਦਾ ਗਾ। ਉਹ ਤਾਂ ਕਹਿ ਰਿਹਾ ਲੰਮੇ ਸਮੇਂ ਤੋਂ ਕਹਿ ਰਿਹਾ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਹੈ, ਮੈਂ ਖਾਲਿਸਤਾਨ ਦੀ ਗੱਲ ਕਰਦਾ, ਇੱਕ ਵੱਖਰੇ ਰਾਜ ਦੀ ਗੱਲ ਕਰਦਾ। ਸ਼ੁਰੂ ਤੋਂ ਹੀ ਜਦੋਂ ਤੋਂ ਮੈਂ ਨੌਕਰੀ ਛੱਡੀ
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੁੰਦੇ ਆ, ਮੈਂ ਲਗਾਤਾਰ ਇਸ ਮੋਰਚੇ ਤੇ ਡਟਿਆ, ਕਦੇ ਬਦਲਿਆ ਨਹੀਂ, ਆਪਣੇ ਸਟੈਂਡ ਤੇ। ਤਾਂ ਇਹ ਵੀ ਕਹਿੰਦੇ ਆ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਆ ਉਹ ਵੀ ਕਹਿੰਦੇ ਕਿ ਉਹ ਸਟੈਂਡ ਤੇ ਖੜਨ ਵਾਲੇ ਬੰਦੇ ਆ। ਨਹੀਂ, ਦੇਖੋ, ਖਾਲਿਸਤਾਨ ਦੀ ਮੰਗ ਕਰਨ ਉਹਨਾਂ ਦਾ ਅਧਿਕਾਰ ਹੈਗਾ। ਇਹ ਤਾਂ ਇਸ ਮੁਲਕ ਦੇ ਸੰਵਿਧਾਨ ਨੇ ਜਿਹੜਾ ਸੀਗਾ ਬਲਵੰਤ ਸਿੰਘ ਰਾਜੋਆਣਾ ਵਰਸਸ ਜਿਹੜਾ ਸਟੇਟ ਦਾ ਕੇਸ ਸੀਗਾ, ਉਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ, ਖਾਲਿਸਤਾਨ ਦੀ ਗੱਲ ਕਰੋ, ਜੋ ਤੁਹਾਡੇ ਵਿਚਾਰ ਹੈਗੇ ਤੁਸੀਂ ਉਹ ਪ੍ਰਗਟਾ ਕਰੋ ਨਾ। ਪਰ ਖਾਲਿਸਤਾਨ ਦੀ ਗੱਲ ਤਾਂ ਬਹੁਤ ਸਮਾਂ ਬਾਅਦ 'ਚ ਹੋਣ ਲੱਗੀ ਆ। ਭਗਤ ਸਿੰਘ ਵੇਲੇ ਤਾਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਸੀ। ਭਗਤ ਸਿੰਘ ਨੇ ਤਾਂ ਕੋਈ ਖਾਲਿਸਤਾਨ ਦਾ ਵਿਰੋਧ ਨਹੀਂ ਕੀਤਾ। ਭਗਤ ਸਿੰਘ ਦੇ ਵੇਲੇ ਤਾਂ ਨਾ ਇਹ ਜੰਮੇ ਨਾ ਜਿਨ੍ਹਾਂ ਦੀ ਗੱਲ ਕਰਦੇ ਉਹ ਜੰਮੇ ਸੀਗੇ। ਭਗਤ ਸਿੰਘ ਦਾ ਵਿਰੋਧ ਕਿਉਂ ਹੋ ਰਿਹਾ? ਭਗਤ ਸਿੰਘ ਨੂੰ ਅੱਤਵਾਦੀ ਕਿਉਂ ਕਿਹਾ ਜਾ ਰਿਹਾ ਹੈਗਾ? ਬੇਦੋਸ਼ੀ ਪੁਲਿਸ ਅਫਸਰ ਮਾਰਿਆ ਉਹਨਾਂ ਨੇ। ਇਹ ਤਾਂ ਖੁਦ ਪੁਲਿਸ ਅਫਸਰ ਰਹੇ ਹੈਗੇ ਆ। ਇਹ ਕਹਿੰਦੇ ਇਹ ਖਾਲਿਸਤਾਨੀ ਮੂਵਮੈਂਟ ਦੇ ਆਪਣੇ ਆਪ ਨੂੰ ਸਮਰਥਕ ਦੱਸਦੇ ਹੈਗੇ ਆ। ਕੀ ਖਾਲਿਸਤਾਨੀ ਮੂਵਮੈਂਟ ਦੇ ਵੇਲੇ ਕਿਸੇ ਪੁਲਿਸ ਅਫਸਰ ਨੂੰ ਕੁਝ ਨਹੀਂ ਕਿਹਾ ਗਿਆ? ਕੀ ਖਾਲਿਸਤਾਨੀ ਮੂਵਮੈਂਟ ਵੇਲੇ ਕਿਸੇ ਪੁਲਿਸ ਵਾਲੇ ਨੂੰ ਕੁਝ ਨਹੀਂ ਕਿਹਾ ਗਿਆ? ਗੱਲ ਇਹ ਹੈਗੀ ਕਿ ਸਮਾਜ ਦੇ ਵਿੱਚ ਦੋ ਜਮਾਤਾਂ ਨੇ, ਮਲਕ ਭਾਗੋ ਆ ਤੇ ਇੱਕ ਭਾਈ ਲਾਲੋ ਹੈਗੇ ਆ। ਤਾਂ ਗੁਰੂ ਸਾਹਿਬਾਨ ਨੇ ਸਾਰੀ ਜਿਹੜੀ ਲੜਾਈ ਲੜੀ ਹੈਗੀ ਆ ਉਹ ਭਾਈ ਲਾਲੋਆਂ ਦੀ ਲੜਾਈ ਲੜੀ ਆ, ਮਲਕ ਭਾਗੋਆਂ ਦੇ ਖਿਲਾਫ ਲੜਾਈ ਲੜੀ ਆ। ਮਲਕ ਭਾਗੋਆਂ ਦੇ ਖਿਲਾਫ ਹਥਿਆਰ ਵੀ ਚੱਕੇ ਆ, ਮਲਕ ਭਾਗੋਆਂ ਦੇ ਖਿਲਾਫ ਜਿਹੜੀ ਹੈਗੀ ਆ ਹਥਿਆਰਬੰਦ ਘੋਲ ਵੀ ਕੀਤਾ ਹੈਗਾ। ਔਰ ਉਸੇ ਲੜਾਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸੀਗਾ ਉਹ ਅੱਗੇ ਵਧਾਇਆ। ਸਰਹਿੰਦ ਦੀ ਇੱਟ ਨਾਲ ਇੱਟ ਵਜਾਤੀ। ਉਹਨਾਂ ਨੇ ਕੱਲੇ ਘਰ ਤੋਂ ਪੁੱਛਿਆ ਵੀ ਉਦੋਂ ਜੋ ਸਰਹਿੰਦ ਦੀ ਇੱਟ ਨਾਲ ਇੱਟ ਵਜਾਉਣੀ ਸੀਗੀ। ਇਸ ਕਰਕੇ ਜਦੋਂ ਲੜਾਈ ਚੱਲਦੀ ਹੈਗੀ ਆ, ਜਿਹੜੇ ਲੋਕ ਲਟੇਰੀ ਧਿਰ ਦੇ ਨਾਲ ਖੜੇ ਹੁੰਦੇ ਹੈਗੇ ਆ, ਉਹ ਭਾਵੇਂ ਪੂਰੀ ਤਰ੍ਹਾਂ ਕਿਸੇ ਕੰਮ 'ਚ ਇਨਵੋਲਵ ਹੋਣ ਜਾਂ ਨਾ ਹੋਣ, ਠੀਕ ਆ, ਉਹ ਜੇ ਲਟੇਰੀ ਧਿਰ ਦੇ ਨਾਲ ਖੜੇ ਆ ਤੇ ਉਹ ਨਿਸ਼ਾਨਾ ਜਿਹੜਾ ਹੈਗੇ ਆ ਉਹ ਫਿਰ ਕਈ ਵਾਰੀ ਜਾਣੇ ਅਣਜਾਣੇ ਉਹ ਬਣਦੇ ਹੈਗੇ ਆ। ਸਾਂਡਰਸ ਇੰਗਲੈਂਡ ਤੋਂ ਪੰਜਾਬ ਆਇਆ, ਇੰਗਲੈਂਡ ਤੋਂ ਇੰਡੀਆ ਆਇਆ, ਉਹ ਕੀ ਕਰਨ ਆਇਆ? ਪੰਜਾਬੀਆਂ ਦੀ ਸੇਵਾ ਕਰਨ ਆਇਆ ਸੀਗਾ। ਸਾਂਡਰਸ ਜਿਹੜਾ ਸੀਗਾ ਉਹ ਪੰਜਾਬ ਦੀ ਜਿਹੜੀ ਭੁੱਖੀ ਮਰਦੀ ਕਿਸਾਨੀ ਗਹਿਣੇ ਪਈਆਂ ਜ਼ਮੀਨਾਂ ਛਡਾਉਣ ਬਾਹਰ ਜਾ ਰਹੀ ਸੀਗੀ। ਇੱਥੇ ਸ਼ਾਹੂਕਾਰਾਂ ਤੋਂ ਤੰਗ ਸੀਗੀ, ਇੱਥੋਂ ਦੇ ਦਲਿਤ ਦਬਾਏ ਹੋਏ ਸੀਗੇ। ਕੀ ਸਾਂਡਰਸ ਉਹਨਾਂ ਦੀ ਮੁਕਤੀ ਲਈ ਆਇਆ ਸੀ? ਕੀ ਸਾਂਡਰਸ ਇੱਥੇ ਇੱਥੋਂ ਦੇ ਮੁਲਕ ਨੂੰ ਆਜ਼ਾਦੀ ਦਿਵਾਉਣ ਆਇਆ ਸੀ? ਉਹ ਆਇਆ ਤੇ ਅੰਗਰੇਜ਼ਾਂ ਦੇ ਰਾਜ ਦੀ ਸੇਵਾ ਕਰਨਾ ਆਇਆ, ਤੇ ਇੱਥੋਂ ਦੇ ਲੋਕਾਂ ਤੇ ਡਾਂਗ ਫੇਰਨ ਨਾ। ਤੇ ਫਿਰ ਸਾਂਡਰਸ ਦੀ ਇੰਨੀ ਕਿਉਂ ਤਕਲੀਫ ਹੋ ਰਹੀ ਆ? ਉਹ ਇਸ ਕਰਕੇ ਹੋ ਰਹੀ ਆ ਕਿ ਮਾਨ ਸਾਹਿਬ ਦੇ ਜਿਹੜੇ ਜੀਨਸ ਦੇ ਵਿੱਚ ਇੱਕ ਫਾਲਟ ਹੈਗਾ, ਕਿਉਂਕਿ ਇਹ ਖਾਨਦਾਨੀ ਜਿਹੜੇ ਹੈਗੇ ਆ ਨਾ ਉਹ ਸਟੇਟ ਦੇ ਪਿੱਠੂ ਨੇ, ਠੀਕ ਆ, ਇਹ ਖਾਨਦਾਨੀ ਪਿੱਠੂ ਨੇ ਸਟੇਟ ਦੇ। ਇਹਨਾਂ ਦਾ ਨਾਨਾ ਰੂੜ ਸਿੰਘ, ਉਹਨੇ ਜਰਨਲ ਡਾਇਰ ਨੂੰ ਸਰੋਪਾ ਦਿੱਤਾ। ਔਰ ਤੁਹਾਡੇ ਚੈਨਲ ਤੇ ਬੋਲਦੇ ਇਹਨਾਂ ਨੇ ਕਿਹਾ ਨਾ ਕਿ ਅਸੀਂ ਤਾਂ ਵੀ ਜਿਹੜਾ ਸੀਗਾ ਮੇਰੇ ਨਾਨਾ ਜੀ ਨੇ ਤਾਂ ਜਰਨਲ ਡਾਇਰ ਨੂੰ ਠੰਡਾ ਕਰਨ ਵਾਸਤੇ ਜਿਹੜਾ ਸੀਗਾ ਸਰੋਪਾ ਦਿੱਤਾ। ਜੇ ਇਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਹੋਵੇ, 10 ਅਪ੍ਰੈਲ ਨੂੰ ਜਦੋਂ ਜਲਿਆਂਵਾਲੇ ਬਾਗ ਵਾਲਾ ਕਾਂਡ ਹੋਇਆ ਨਾ, 13 ਅਪ੍ਰੈਲ ਨੂੰ, 10 ਅਪ੍ਰੈਲ ਨੂੰ ਹਵਾਈ ਸਰਵੇਖਣ ਕੀਤਾ ਜਰਨਲ ਡਾਇਰ ਨੇ ਅੰਮ੍ਰਿਤਸਰ ਦਾ। ਔਰ ਉਹਦੇ ਅੰਮ੍ਰਿਤਸਰ ਦੇ ਵਿੱਚ ਹਵਾਈ ਜਿਹੜੀ ਸੀ ਬੰਬਾਰੀ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਸੀਗਾ। ਇਸ ਪੱਧਰ ਤੱਕ ਜਿਹੜਾ ਦਾ ਰੋਲ ਟੈਕਸ ਸੀ, ਜਿਹਦੇ ਤਹਿਤ ਨਾ ਅਪੀਲ, ਨਾ ਦਲੀਲ, ਨਾ ਵਕੀਲ ਦੀ ਪ੍ਰੋਵੀਜ਼ਨ ਅੰਗਰੇਜ਼ਾਂ ਨੇ ਛੱਡੀ ਸੀਗੀ, ਉਹਦੇ ਖਿਲਾਫ ਏਡੀ ਵੱਡੀ ਮੂਵਮੈਂਟ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਂ ਪੂਰੇ ਇਲਾਕੇ ਦੇ ਵਿੱਚ ਸੀਗੀ। ਤਾਂ ਉਹ ਤਾਂ ਬਾਅਦ ਦੇ ਵਿੱਚ ਅੰਗਰੇਜ਼ਾਂ ਵੱਲੋਂ ਇਹ ਹੋਇਆ ਕਿ ਇਹਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਵੀ ਆਉਂਦਾ ਬੰਬਾਰੀ ਦੇ ਵਿੱਚ, ਜੇ ਕਿਤੇ ਉਹਦਾ ਨੁਕਸਾਨ ਹੁੰਦਾ ਤਾਂ ਅਸੀਂ ਪੂਰੇ ਦੇ ਪੂਰੇ ਸਿੱਖਾਂ ਨੂੰ ਆਪਣੇ ਖਿਲਾਫ ਜਿਹੜਾ ਸੀਗਾ ਉਹ ਖੜਾ ਕਰ ਲਾਂਗੇ। ਜਿਹੜਾ ਯਾਰ ਅੰਮ੍ਰਿਤਸਰ, ਠੀਕ ਆ, ਜਿਹਨੂੰ ਅੰਮ੍ਰਿਤਸਰ ਸਿਫਤੀ ਦਾ ਘਰ ਕਿਹਾ ਜਾਂਦਾ, ਜਿਹੜਾ ਅੰਮ੍ਰਿਤਸਰ ਨੂੰ ਲੋਕ ਕੁਛ ਕਹਿੰਦੇ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ, ਜਿਹੜਾ ਉਸ ਅੰਮ੍ਰਿਤਸਰ ਨੂੰ ਬਰਬਾਦ ਕਰਨ ਵਾਸਤੇ ਹਵਾਈ ਬੰਬਾਰੀ ਬਾਰੇ ਸੋਚ ਰਿਹਾ, ਜਿਹਨੇ ਉੱਥੇ ਹਜ਼ਾਰਾਂ ਨਿਰਦੋਸ਼ਾਂ ਦਾ ਕਤਲ ਕਰਤਾ, ਤੇ ਉਹਨੂੰ ਇੱਕ ਬੰਦਾ, ਇੱਕ ਸਿਰਫਿਰਿਆ ਬੰਦਾ, ਇੱਕ ਅੰਗਰੇਜ਼ਾਂ ਦਾ ਪਿੱਠੂ, ਅੰਗਰੇਜ਼ਾਂ ਦਾ ਚਾਕਰ, ਜਿਹੜਾ ਉਹਨੂੰ ਸਰੋਪਾ ਦਿੰਦਾ ਤੇ ਮਾਣ ਉਹਦੀ ਤਾਰੀਫ ਕਰਦਾ ਹੈਗਾ। ਇਸ ਤੋਂ ਵੱਧ ਕੀ ਕਹਿ ਸਕਦੇ ਇਸ ਲੁਨੈਟਿਕ ਪਰਸਨ ਬਾਰੇ? ਇਹ ਤਾਂ ਬਿਲਕੁਲ ਸਾਫ਼ ਆ ਨਾ ਕਿ ਮਾਨ ਸਾਹਿਬ ਦੀ ਜਿਹੜੀ ਬੋਲੀ ਹੈਗੀ ਆ ਉਹ ਅੰਗਰੇਜ਼ਾਂ ਦੀ ਜਿਹੜੇ ਪਿੱਠੂ ਜੀਨਸ ਹੈਗੇ ਉਹਨਾਂ 'ਚ ਉਹਦੀ ਬੋਲੀ ਆ, ਭਾਰਤੀ ਹਕੂਮਤ ਦੀ ਬੋਲੀ ਆ, ਔਰ ਜਿਹੜੀ ਹੈਗੀ ਆ ਮੋਦੀ ਹਕੂਮਤ ਦੀ ਚਾਕਰੀ ਕਰਨ ਵਾਲੀ ਬੋਲੀ ਆ, ਜਿਹੜੀ ਅੱਜ ਮੋਦੀ ਦੇ ਖਿਲਾਫ ਨਹੀਂ ਬੋਲ ਰਹੀ, ਭਗਤ ਸਿੰਘ ਦੇ ਖਿਲਾਫ ਬੋਲ ਰਹੀ ਆ, ਜਿਹੜਾ ਸਾਡੇ ਇਤਿਹਾਸ ਦਾ ਔਰ ਸਾਡੇ ਲੋਕਾਂ ਦਾ ਮਹਾਨਾਇਕ ਆ। ਇੱਕ ਗੱਲ ਇਹ ਵੀ ਹੈ ਕਿ ਭਗਤ ਸਿੰਘ ਨੇ ਜਦ ਇਹ ਕਾਰਵਾਈ ਕੀਤੀ ਸੀ ਤਾਂ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਲਈ ਇਹ ਵੀ ਕਿਹਾ ਜਾਂਦਾ। ਤੇ ਕੁਝ ਇਤਿਹਾਸਕਾਰ ਕਹਿੰਦੇ ਆ ਵੀ ਲਾਲਾ ਲਾਜਪਤ ਰਾਏ ਤਾਂ ਹਾਰਟ ਅਟੈਕ ਨਾਲ ਹੀ ਮਰ ਗਏ ਸੀ ਤੇ ਭਗਤ ਸਿੰਘ ਨੇ ਬਦਲਾ ਕੀ ਲਿਆ? ਨਹੀਂ, ਗੱਲ ਇਹ ਹੈਗੀ ਆ ਕਿ ਮੌਤ ਤਾਂ ਹਮੇਸ਼ਾ ਹਾਰਟ ਅਟੈਕ ਨਾਲ ਹੀ ਹੁੰਦੀ ਹੈ। ਜੇ ਕੋਈ ਲੜਾਈ ਝਗੜਾ ਹੋ ਜੇ, ਠੀਕ ਆ, ਉਹਦੇ 'ਚ ਕਿਸੇ ਬੰਦੇ ਦੇ ਸੱਟਾਂ ਵੱਜਣ, ਕਾਜ਼ ਆਫ ਜਿਹੜਾ ਡੈਥ ਉਹ ਹਾਰਟ ਫੇਲਰ ਹੀ ਬਣਨਾ ਹੁੰਦਾ, ਠੀਕ ਆ। ਪਰ ਸਵਾਲ ਇਹ ਆ ਕਿ ਉਹ ਡਿਬੇਟ ਕੀ ਕਰ ਰਹੇ ਹੈਗੇ ਆ
ਕੀ ਲਾਲਾ ਲਾਜਪਤ ਰਾਏ ਦੀ ਮੌਤ ਦੇ ਕਾਰਨਾਂ ਤੇ ਬਹਿਸ ਚਲਾ ਰਹੇ ਕੋਈ? ਕੀ ਸਾਈਮਨ ਕਮਿਸ਼ਨ ਕੀ ਆਇਆ, ਉਹਦੇ ਕੀ ਉਦੇਸ਼ ਸੀ, ਉਹਦੇ ਤੇ ਬਹਿਸ ਚਲਾ ਰਹੇ ਆ? ਅੰਗਰੇਜ਼ਾਂ ਦਾ ਰਾਜ ਚੰਗਾ ਸੀਗਾ, ਉਹ ਤਾਂ ਇਹ ਸਾਬਤ ਕਰਨ ਲੱਗੇ ਹੋਏ ਆ। ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲੇ ਅੱਤਵਾਦੀ ਸੀ, ਉਹ ਤਾਂ ਇਹ ਸਾਬਤ ਕਰਨ ਲੱਗੇ ਹੋਏ ਆ। ਲਾਲਾ ਲਾਜਪਤ ਰਾਏ ਦੀ ਮੌਤ ਕਿਵੇਂ ਹੋਈ ਕਿਵੇਂ ਨਹੀਂ ਹੋਈ, ਚਲ ਮੰਨ ਵੀ ਲਓ ਕਿ ਹਾਰਟ ਅਟੈਕ ਨਾਲ ਹੋਈ, ਫਿਰ ਕੀ ਹੋ ਜਾਂਦਾ? ਫਿਰ ਇਹਦੇ ਨਾਲ ਮਾਨ ਸਾਹਿਬ ਕੀ ਸਾਬਤ ਕਰਨਾ ਚਾਹੁੰਦੇ ਹੈਗੇ ਆ? ਸਵਾਲ ਇਹ ਹੈਗਾ ਕਿ ਉਹ ਭਾਰਤ ਦੇ ਜਿਹੜੇ ਲੋਕਾਂ ਦਾ, ਉਹ ਲੋਕ ਜਿਹੜੇ ਗਾਂਧੀ ਨਹਿਰੂ ਵਾਂਗੂ ਡੋਮੀਨੀਅਨ ਸਟੇਟਸ ਦੀ ਮੰਗ ਨਹੀਂ ਕਰ ਰਹੇ ਸੀਗੇ। ਗਾਂਧੀ ਨਹਿਰੂ ਨੂੰ ਵੀ ਭਗਤ ਸਿੰਘ ਚੰਗਾ ਨਹੀਂ ਲੱਗਦਾ ਸੀਗਾ, ਗਾਂਧੀ ਨੂੰ ਤਾਂ ਊਧਮ ਸਿੰਘ ਵੀ ਨਹੀਂ ਚੰਗਾ ਲੱਗਾ। ਠੀਕ ਆ, ਉਹਨਾਂ ਨੂੰ ਜਿਹੜੇ ਲੋਕਾਂ ਨੂੰ ਕਦੇ ਗਦਰ ਲਹਿਰ ਨਹੀਂ ਚੰਗੀ ਲੱਗੀ, ਕਦੇ ਊਧਮ ਸਿੰਘ ਨਹੀਂ ਚੰਗਾ ਲੱਗਾ, ਕਦੇ ਭਗਤ ਸਿੰਘ ਨਹੀਂ ਚੰਗਾ ਲੱਗਾ, ਕਦੇ ਕਰਤਾਰ ਸਿੰਘ ਸਰਾਭਾ ਨਹੀਂ ਚੰਗਾ ਲੱਗਾ, ਕਿਉਂਕਿ ਸਾਰੇ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਸੀਗੇ ਉਹ ਲੜਦੇ ਸੀਗੇ। ਠੀਕ ਆ, ਤਾਂ ਇਹ ਸਾਰੇ ਇਹ ਅਮੀਰਜ਼ਾਦੇ ਜਿਨ੍ਹਾਂ ਦੇ ਡਲਹੌਜੀ 'ਚ ਫਾਰਮ ਹਾਊਸ ਆ, ਮੌਜ ਮਸਤੀ ਵਾਸਤੇ ਜਿਨ੍ਹਾਂ ਕੋਲੇ ਕਈ ਸੈਂਕੜੇ ਕਰੋੜ ਰੁਪਏ ਦੀ ਜਾਇਦਾਦ ਹੈਗੀ ਆ, ਉਹਨਾਂ ਨੂੰ ਕੁੱਲੀਆਂ ਵਾਲਿਆਂ ਦੀ, ਉਹਨਾਂ ਨੂੰ ਝੁੱਗੀਆਂ ਵਾਲਿਆਂ ਦੀ ਗੱਲ ਕਰਨ ਵਾਲਾ ਭਗਤ ਸਿੰਘ ਕਿਵੇਂ ਚੰਗਾ ਲੱਗੂਗਾ? ਉਹਨਾਂ ਨੂੰ ਮਿਹਨਤ ਕਰਦੇ 10-9 ਦੀ ਕਿਰਤ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਭਗਤ ਸਿੰਘ ਕਿਉਂ ਚੰਗਾ ਲੱਗੂਗਾ? ਮਿਹਨਤ ਕਸ਼ ਦੇ ਰਾਜਾਂ ਵਾਲੀ ਦਾ ਭਗਤ ਸਿੰਘ ਕਿਉਂ ਚੰਗਾ ਲੱਗੂਗਾ? ਉਹਨਾਂ ਨੂੰ ਤਾਂ ਅਬਾਨੀ ਡਾਨੀ ਚੰਗੇ ਲੱਗਦੇ ਆ ਨਾ, ਉਹਨਾਂ ਨੂੰ ਤਾਂ ਉਹ ਅੰਗਰੇਜ਼ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਉਹ ਵੱਡੇ ਵੱਡੇ ਗਰਮੀ 'ਚ ਠੰਡੇ ਥਾਵਾਂ 'ਤੇ ਬਣਾਏ ਸੀ। ਉਵੇਂ ਡਲਹੌਜੀ 'ਚ ਮਾਨ ਸਾਹਿਬ ਦਾ ਵੀ ਫਾਰਮ ਹਾਊਸ ਬਣਿਆ ਹੋਇਆ, ਇਸ ਕਰਕੇ ਇਹਨਾਂ ਦੀ ਜਮਾਤ ਹੀ ਵੱਖਰੀ ਹੈਗੀ ਆ। ਠੀਕ ਆ, ਅਮੀਰਜ਼ਾਦੇ ਹੈਗੇ ਆ, ਖਾਨਦਾਨੀ ਤੌਰ ਤੇ ਅੰਗਰੇਜ਼ਾਂ ਦੀ ਚਾਕਰੀ ਕਰਦੇ ਰਹੇ ਹੈਗੇ ਆ, ਇਸ ਕਰਕੇ ਫਾਲਟ ਉੱਥੇ ਪਿਆ ਹੈਗਾ। ਅੱਛਾ, ਮਾਨ ਸਾਹਿਬ ਕਹਿੰਦੇ ਸ਼ਹੀਦ ਨਹੀਂ, ਭਾਰਤੀ ਸਰਕਾਰ ਵੱਲੋਂ ਵੀ ਸ਼ਹੀਦ ਨਹੀਂ ਕੀਤਾ ਗਿਆ। ਤੁਹਾਡੇ ਮੁਤਾਬਕ ਮਾਨ ਸਾਹਿਬ ਦੇ ਹਿਸਾਬ ਨਾਲ ਸ਼ਹੀਦ ਦੀ ਡੈਫੀਨੇਸ਼ਨ ਕੀ ਆ? ਤੁਹਾਡੇ ਮੁਤਾਬਕ ਸ਼ਹੀਦ ਦੀ ਡੈਫੀਨੇਸ਼ਨ ਕੀ? ਦੇਖੋ, ਹਰੇਕ ਜਮਾਤ ਦੇ ਆਪਣੇ ਸ਼ਹੀਦ ਨੇ, ਸ਼ਹੀਦ ਕਦੇ ਸਾਂਝੇ ਨਹੀਂ ਹੁੰਦੇਗੇ। ਜੇ ਅੱਜ ਕਾਂਗਰਸ ਇਹ ਕਵੇ ਕਿ ਭਗਤ ਸਿੰਘ ਸਾਡਾ ਸ਼ਹੀਦ ਆ, ਤੇ ਫਿਰ ਭਗਤ ਸਿੰਘ ਨੂੰ ਗਾਂਧੀ ਨਹਿਰੂ ਸ਼ਹੀਦ ਨਹੀਂ ਮੰਨਦੇ। ਇਸ ਕਾਂਗਰਸ ਦਾ ਸ਼ਹੀਦ ਨਹੀਂ ਹੈ ਉਹ। ਠੀਕ ਹੈ, ਉਹ ਇੱਥੋਂ ਦੇ ਦੱਬੇ ਕੁਚਲੇ ਲੋਕਾਂ ਦਾ ਸ਼ਹੀਦ ਆ। ਉਹ ਜਿਹੜੇ ਇੱਕ ਬਰਾਬਰੀ ਵਾਲਾ ਸਮਾਜ ਸਿਰਜਣਾ ਚਾਹੁੰਦੇ, ਉਹਨਾਂ ਦਾ ਸ਼ਹੀਦ ਆ। ਉਹ ਜਿਹੜੀ ਗੁਰੂ ਸਾਹਿਬ ਇੱਕ ਸਾਂਝੀਵਾਲਤਾ ਦੀ ਗੱਲ ਕਰਦੇ ਆ ਨਾ, ਕਿ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਬੋ, ਜਿੱਥੇ ਮਨੁੱਖ 'ਚ ਭੇਦਭਾਵ ਨਾ ਹੋਵੇ, ਧਰਮ ਜਾਤ ਲਿੰਗ ਖਿੱਤੇ ਦੇ ਨਾਂ ਤੇ, ਇੱਕ ਉਸ ਤਰ੍ਹਾਂ ਦਾ ਸਮਾਜ ਜਿਹੜਾ ਲੋਕ ਸਿਰਜਣਾ ਚਾਹੁੰਦੇ ਆ। ਭਗਤ ਸਿੰਘ ਜਿਹੜਾ ਹੈਗਾ ਉਹਨਾਂ ਦਾ ਸ਼ਹੀਦ ਆ। ਪਰ ਮਨਿੰਦਰ ਜੀ, ਵੱਧ ਇੰਪੋਰਟੈਂਟ ਗੱਲ ਅੱਜ ਕੀ ਆ? ਅੱਜ ਇੰਪੋਰਟੈਂਟ ਗੱਲ ਇਹ ਆ ਕਿ ਜਦੋਂ ਕੇਂਦਰ ਦੀ ਹਕੂਮਤ ਇੱਕ ਤਾਨਾਸ਼ਾਹੀ ਰਾਜ, ਇੱਕ ਹਿਟਲਰ ਸ਼ਾਹੀ ਰਾਜ ਸਥਾਪਿਤ ਕਰਨਾ ਚਾਹੁੰਦੀ ਆ, ਉਹ ਔਰੰਗਜ਼ੇਬ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਆ। ਉਹ ਇਸ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਦਰੜਨਾ ਚਾਹੁੰਦੀ ਆ, ਇਸ ਦੇਸ਼ ਦੇ ਦਲਿਤਾਂ ਨੂੰ ਦਰੜਨਾ ਚਾਹੁੰਦੀ ਆ, ਇਸ ਦੇਸ਼ ਦੇ ਆਦੀਵਾਸੀਆਂ ਨੂੰ ਦਰੜਨਾ ਚਾਹੁੰਦੀ ਆ। ਇਸ ਦੇਸ਼ ਦੇ ਜਿੰਨਾ ਇਹ ਸੋ ਕਾਲਡ ਫੈਡਰਲ ਸਿਸਟਮ ਜਿਹੜਾ ਹੈਗਾ, ਇੱਕ ਤਰ੍ਹਾਂ ਦਾ ਕੇਂਦਰੀਕਰਨ ਕਰ ਰਹੀ ਆ ਸਾਰੀਆਂ ਤਾਕਤਾਂ ਦਾ। ਸਾਡੀਆਂ ਯੂਨੀਵਰਸਿਟੀਆਂ ਖੋ ਰਹੀ ਆ, ਸਾਡੇ ਜਿਹੜੇ ਪਾਣੀ ਖੋਏ ਗਏ ਆ, ਸਾਡੇ ਡੈਮਾਂ ਤੇ ਕਬਜ਼ਾ ਕਰ ਰਹੀ ਆ, ਸਾਡੀ ਰਾਜਧਾਨੀ ਸਾਨੂੰ ਨਹੀਂ ਦੇਣਾ ਚਾਹੁੰਦੀ, ਸਾਡੇ ਬਾਰਡਰ ਤੋਂ 50 ਕਿਲੋਮੀਟਰ ਅੰਦਰ ਤੱਕ BSF ਲਿਆਉਣਾ ਚਾਹੁੰਦੀ ਆ, ਇਨਡਾਇਰੈਕਟਲੀ ਭਾਜਪਾ ਪੰਜਾਬ ਤੇ ਰਾਜ ਕਰਨਾ ਚਾਹੁੰਦੀ ਆ। ਉਹ ਜਿਹੇ ਸਮੇਂ ਲੋੜ ਕੀ ਆ? ਅਜਿਹੇ ਸਮੇਂ ਲੋੜ ਆ ਕਿ ਇਸ ਦੇਸ਼ ਦੀਆਂ ਜਿਹੜੀਆਂ ਘੱਟ ਗਿਣਤੀਆਂ ਨੇ, ਦਲਿਤ ਨੇ, ਲੇਖਕ ਨੇ, ਬੁੱਧੀਜੀਵੀ ਨੇ, ਖੱਬੇ ਪੱਖੀ ਨੇ, ਜਿੰਨੇ ਵੀ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦੇ ਆ, ਜਿੰਨੇ ਵੀ RSS ਦੇ ਖਿਲਾਫ ਆ, ਜਿਨ੍ਹਾਂ ਦੇ ਜਿਹੜੇ ਲੋਕ RSS ਦੇ ਟਾਰਗੇਟ ਤੇ ਆ, ਉਹ ਇਕੱਠੇ ਹੋ ਕੇ ਇਸ ਕੇਂਦਰ ਦੀ ਹਕੂਮਤ ਦੇ ਖਿਲਾਫ ਲੜਨ। ਉਹਦੇ ਖਿਲਾਫ ਲੜਨ ਦੀ ਬਜਾਏ, ਜਾਂ ਮਾਨ ਸਾਹਿਬ ਉਹਦੀ ਤਿਆਰੀ ਕਰਨ ਦੀ ਬਜਾਏ, ਮੈਂ ਪਾਰਲੀਮੈਂਟ 'ਚ ਜਾ ਕੇ ਵੀ ਉਹ ਮੁੱਦਿਆਂ ਦੀ ਗੱਲ ਕਰੂੰਗਾ, ਉਹ ਤਾਂ ਹੋਰ ਹੀ ਗੱਲਾਂ ਕਰਨ ਲੱਗੇ। ਉਹ ਤਾਂ ਭਗਤ ਸਿੰਘ ਨੂੰ ਟਾਰਗੇਟ ਕਰਨ ਲੱਗੇ, ਜਿਵੇਂ ਇੱਥੋਂ ਦੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਭਗਤ ਸਿੰਘ ਜ਼ਿੰਮੇਵਾਰ ਆ, ਇੱਥੇ ਅੱਜ ਘੱਟ ਗਿਣਤੀਆਂ ਤੇ ਹਮਲੇ ਹੋ ਰਹੇ, ਭਗਤ ਸਿੰਘ ਜ਼ਿੰਮੇਵਾਰ ਆ, ਇੱਥੇ ਦਲਿਤਾਂ ਦੀ ਮੰਦੀ ਹਾਲਤ ਆ, ਭਗਤ ਸਿੰਘ ਜ਼ਿੰਮੇਵਾਰ ਆ, ਇੱਥੇ ਜਿਹੜਾ ਟਾਟੇ, ਅੰਬਾਨੀ, ਅਡਾਨੀ, ਜਿੰਦਲ ਮਿੱਤਲ ਸਾਰੇ ਦੇਸ਼ ਦੀ ਜਾਇਦਾਦ ਕਬਜ਼ਾ ਗਏ, ਤੇ ਦੂਜੇ ਪਾਸੇ ਜਿਹੜੇ ਲੱਖਾਂ ਕਰੋੜਾਂ ਸਾਡੇ ਨੌਜਵਾਨ ਆ, ਉਹ ਬੇਰੁਜ਼ਗਾਰ ਆ, ਉਹ ਵਿਦੇਸ਼ਾਂ 'ਚ ਜਾਣ ਵਾਸਤੇ ਮਜਬੂਰ ਹੋ ਰਹੇ ਆ। ਵਿਦੇਸ਼ਾਂ ਜਿਨ੍ਹਾਂ ਨੂੰ ਚਿੱਠੀਆਂ ਦਾ ਅਰਬਾਂ ਖਰਬਾਂ ਰੁਪਏ ਮਾਨ ਸਾਹਿਬ ਨੇ ਵਟਿਆ ਹੈਗਾ, ਉਹ ਸਾਰੀਆਂ ਇਹ ਸਾਰੇ ਇਸ ਦੇਸ਼ ਦੀ ਤਰਾਸਦੀ ਵਾਸਤੇ ਭਗਤ ਸਿੰਘ ਜ਼ਿੰਮੇਵਾਰ ਨਹੀਂ ਹੈ। ਜਿਹੜੇ ਜ਼ਿੰਮੇਵਾਰ ਨੇ ਹਾਕਮ, ਉਹਨਾਂ ਦੇ ਖਿਲਾਫ ਮਾਨ ਸਾਹਿਬ ਲੜਾਈ ਵਿੱਢੋ। ਔਰ ਉਹਨਾਂ ਦੇ ਸਮਰਥਕਾਂ ਨੂੰ ਵੀ ਬੇਨਤੀ ਆ ਕਿ ਵਾਹਿਗੁਰੂ ਅੱਗੇ ਵੀ ਅਰਦਾਸ ਕਰੋ, ਇਹਨਾਂ ਨੂੰ ਸਮੱਤ ਬਖਸ਼ੇ, ਔਰ ਕੋਸ਼ਿਸ਼ ਕਰੋ ਕਿ ਇਹਨਾਂ ਦਾ ਦਿਮਾਗੀ ਤਵਾਜ਼ਨ ਠੀਕ ਹੋਵੇ। ਡਾਕਟਰੀ ਸਲਾਹ ਦੀ ਲੋੜ ਹੈਗੀ ਆ, ਉਹ ਵੀ ਚੰਗੇ ਡਾਕਟਰ ਤੋਂ ਲੈ ਕੇ ਦਿਓ। ਔਰ ਜਿਹੜਾ ਅਸਲ ਦੁਸ਼ਮਣ ਹੈਗਾ,
ਸਾਡੇ ਸਾਰੇ ਲੋਕਾਂ ਦਾ, ਸਾਡੇ ਪੰਜਾਬ ਦਾ, ਉਹਦੇ ਖਿਲਾਫ ਲੜਾਈ ਵਿੱਢੀਏ, ਨਾ ਕਿ ਪੰਜਾਬ ਦੇ ਨਾਇਕਾਂ ਦੇ ਖਿਲਾਫ ਹੀ ਲੜਾਈ ਵਿੱਢ ਦਈਏ। ਇਹ ਭਾਜਪਾ ਦਾ ਹੱਥ ਠੋਕੇ, ਇਨਡਾਇਰੈਕਟਲੀ ਹੱਥ ਠੋਕਾ ਬਣਨ ਵਾਲੀ ਗੱਲ ਆ। ਮਾਨ ਸਾਹਿਬ ਦੇ ਜਿਹੜੇ ਸਮਰਥਕ ਹੈ ਉਹ ਇਹ ਕਹਿ ਰਹੇ ਆ ਕਿ ਜਦੋਂ ਭਗਤ ਸਿੰਘ ਹੈ, ਜਿਹੜੇ ਭਗਤ ਸਿੰਘ ਨੂੰ ਅਸੀਂ ਤਾਂ ਨਹੀਂ ਨਾਇਕ ਮੰਨਦੇ, ਕਿਉਂਕਿ ਅੱਜ ਵੀ ਜੇ ਗੱਲ ਕਰਨੀ ਹੋਵੇ, ਕਹਿੰਦੇ ਜਦੋਂ ਖਾੜਕੂ ਲਹਿਰ ਚੱਲੀ ਹੈ ਉਦੋਂ ਜਿਹੜੀ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਲੋਕ ਸੀ, ਕਮਿਊਨਿਸਟ ਸੀ, ਉਹਨਾਂ ਨੇ ਪੁਲਿਸ ਦੀ ਜਿਹੜੀ ਹੈ ਉਹ ਪੁਲਿਸ ਨੂੰ ਮੁਖਬਰ ਬਣ ਕੇ ਕੰਮ ਕੀਤਾ ਹੈ, ਖਾੜਕੂਆਂ ਨੂੰ ਫੜਵਾਇਆ, ਖਾੜਕੂਆਂ ਦੇ ਖਿਲਾਫ ਮੁਹਿੰਮਾਂ ਛੇੜੀਆਂ। ਨਹੀਂ ਦੇਖੋ, ਇਹ ਬਹੁਤ ਲੰਮੀ ਚੌੜੀ ਬਹਿਸ ਦਾ ਵਿਸ਼ਾ ਹੈਗਾ ਵੀ ਖਾਲਿਸਤਾਨ ਦਾ ਮਤਲਬ ਕੀ ਆ, ਉਹਦੇ 'ਚ ਹੋਊਗਾ ਕੀ। ਠੀਕ ਆ, ਉਹਦੇ 'ਚ 500 ਕਿੱਲੇ ਵਾਲੇ ਸਿੱਖ ਦਾ ਰਾਜ ਹੋਊਗਾ ਜਾਂ ਬੇਜ਼ਮੀਨੇ ਸਿੱਖ ਦਾ ਰਾਜ ਹੋਊਗਾ। ਉਹਦੇ 'ਚ ਫੈਕਟਰੀ ਮਾਲਕਾ ਜਿਹੜਾ ਸਿੱਖ ਉਹਦਾ ਰਾਜ ਹੋਊਗਾ ਜਾਂ ਇੱਕ ਦਲਿਤ ਜਿਹੜਾ ਸਿੱਖ ਆ ਉਹਦਾ ਰਾਜ ਹੋਊਗਾ। ਇਹਦੇ ਬਾਰੇ ਹਜੇ ਤੱਕ ਸਵਾਲ ਜਿਹੜੇ ਆ ਇਹ ਜਵਾਬ ਹੋਇਆ ਹੀ ਨਹੀਂ, ਕਿਸੇ ਪਾਸੋਂ ਸਪਸ਼ਟ ਨਹੀਂ ਹੋਇਆ। ਕੋਈ ਸਾਨੂੰ ਸਪਸ਼ਟ ਕਰ ਦੇ, ਜਵਾਬ ਦੇ ਦੇ ਵੀ ਆਹ ਮੁਸ਼ਕਲਾਂ ਦਾ ਹੱਲ ਖਾਲਿਸਤਾਨ ਕਰ ਦੂਗਾ, ਅਸੀਂ ਵੀ ਖਾਲਿਸਤਾਨ ਦੀ ਸਪੋਰਟ ਕਰ ਦਾਂਗੇ, ਅਸੀਂ ਤਾਂ ਸੋਹਣਾ ਸਮਾਜ ਹੀ ਚਾਹੁੰਦੇ ਆ। ਠੀਕ ਆ, ਪਰ ਕੋਈ ਜਵਾਬ ਤਾਂ ਦੇਵੇ ਨਾ, ਕੋਈ ਇਹਦਾ ਜਵਾਬ ਮਾਨ ਸਾਹਿਬ ਦੇ ਦੇਣ। ਮਾਨ ਸਾਹਿਬ ਵੀ ਇਸ ਗੱਲ ਦਾ ਜਵਾਬ ਜਿਹੜਾ ਹੈਗਾ ਉਹ ਕੋਈ ਜਵਾਬ ਜਿਹੜਾ ਉਹ ਨਹੀਂ ਦੇ ਰਿਹਾ ਗਾ। ਦੂਸਰੀ ਗੱਲ ਕਿ ਜਿਹੜੀ ਇਹ ਹੋਇਆ ਕਿ ਉਸ ਮੂਵਮੈਂਟ ਦੇ ਦੌਰਾਨ ਕੀ ਵਾਪਰਿਆ, ਜਿਹੜੇ ਬੰਦੇ ਨੇ ਮੁਖਬਰੀ ਕੀਤੀ ਆ, ਕਿਸੇ ਦੀ ਵੀ ਮੁਖਬਰੀ ਕੀਤੀ ਹੈਗੀ ਆ, ਠੀਕ ਆ, ਤੁਸੀਂ ਕੋਈ ਜੇ ਕੋਈ ਮੁਖਬਰੀ ਕਰਦਾ, ਤੁਸੀਂ ਕਿਸੇ ਨਾ ਕਿਸੇ ਪੂਰੀ ਮੂਵਮੈਂਟ ਨੂੰ ਕਿਵੇਂ ਗਲਤ ਕਹਿ ਦੋਗੇ? ਜੇ ਗੁਰੂ ਘਰ ਦਾ ਨਮਕ ਖਾ ਕੇ ਗੰਗੂ ਗੁਰੂ ਘਰ ਨਾਲ ਗੱਦਾਰੀ ਕਰ ਗਿਆ ਤੇ ਇਹਦਾ ਮਤਲਬ ਤੁਸੀਂ ਸਾਰੇ ਮਤਲਬ ਗੁਰੂ ਘਰ ਨੂੰ ਲਪੇਟੇ 'ਚ ਲੈ ਲਓਗੇ ਗੰਗੂ ਕਰਕੇ। ਜੇ ਭਗਤ ਸਿੰਘ ਦਾ ਹੋਰਾਂ ਦਾ ਇੱਕ ਸਾਥੀ ਉਹਨਾਂ ਦੇ ਖਿਲਾਫ ਗਵਾਹੀ ਦੇ ਗਿਆ, ਫਾਂਸੀ ਤੱਕ ਉਹਨਾਂ ਨੂੰ ਹੋ ਗਈ, ਤੁਸੀਂ ਇਹਦਾ ਕੀ ਮਤਲਬ ਕੱਢੋਗੇ? ਠੀਕ ਆ, ਹੁਣ ਜੇ ਤੁਸੀਂ ਦੂਸਰੇ ਪਾਸੇ ਜੇ ਆਪਾਂ ਇਹ ਕਹੀਏ, ਜਿਵੇਂ ਇਹ ਕਹਿੰਦੇ ਕਿ ਚੰਨਣ ਸਿੰਘ ਅੰਮ੍ਰਿਤਧਾਰੀ ਸੀਗਾ, ਜੇ ਇਹੀ ਕ੍ਰਾਈਟੇਰੀਆ ਹੈਗਾ ਅੰਮ੍ਰਿਤਧਾਰੀ ਤਾਂ ਫਿਰ ਸੁਖਬੀਰ ਸਿੰਘ ਬਾਦਲ ਵੀ ਆ, ਅੰਮ੍ਰਿਤਧਾਰੀ ਤਾਂ ਸੁਖਬੀਰ ਸਿੰਘ ਬਾਦਲ ਵੀ ਆ, ਦਾੜੀ ਕੇਸ ਤਾਂ KPS ਗਿੱਲ ਨੇ ਵੀ ਰੱਖੇ ਹੋਏ ਸੀਗੇ। ਇਸ ਕਰਕੇ ਇਹ ਸਵਾਲ ਤਾਂ ਬਹੁਤ ਲੰਬੇ ਚੌੜੇ ਨੇ। ਜਿਹੜੇ ਬੰਦੇ ਨੇ ਮੁਖਬਰੀ ਕੀਤੀ ਆ, ਜੇ ਤੁਸੀਂ ਕਹਿੰਦੇ ਕਿ ਕਿਸੇ ਨੇ ਮੁਖਬਰੀ ਕੀਤੀ ਹੈਗੀ ਆ ਤੇ ਉਹ ਤਾਂ ਯਾਰ ਜਿਹਨੇ ਕੀਤੀ ਹੋਊਗੀ ਉਹ ਭਗਤ ਸਿੰਘ ਵੇਲੇ ਤੋਂ ਜੰਮਿਆ ਵੀ ਨਹੀਂ ਹੋਣਾ ਕਿ ਭਗਤ ਸਿੰਘ ਨੇ ਕਿਹਾ ਵੀ ਤੂੰ ਜਾ ਕੇ ਇਹਦੀ ਮੁਖਬਰੀ ਕਰ। ਗੱਲ ਇਹ ਹੈ ਕਿ ਭਗਤ ਸਿੰਘ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ, ਇਹ ਮਨਸ਼ਾ ਜਿਹੜਾ ਸਾਨੂੰ ਸਮਝਣ ਦੀ ਲੋੜ ਹੈਗੀ ਆ ਕਿ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਕੇਂਦਰ ਦੀ ਹਕੂਮਤ ਨੂੰ ਟੱਕਰ ਦੇਣ ਵਾਲਾ ਇੱਕ ਸੂਬਾ ਬਣ ਕੇ ਉੱਭਰਿਆ। ਕਿਸਾਨ ਅੰਦੋਲਨ ਦੌਰਾਨ, ਦਿੱਲੀ ਮੋਰਚੇ ਦੌਰਾਨ ਦੇਖਿਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਖਿੱਤੇ ਤੋਂ, ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਸੀਗਾ ਉਹ ਇੱਕ ਸਾਂਝੀਵਾਲਤਾ ਦੀ ਲੜਾਈ ਜਿਹੜੀ ਸੀ ਉਹ ਲੜੀ। ਇਸ ਗੱਲ ਤੋਂ ਤਕਲੀਫ ਆ ਕੇਂਦਰ ਦੀ ਹਕੂਮਤ ਨੂੰ। ਉਹਨੇ ਉਦੋਂ ਵੀ ਸਿੱਖ ਵਰਸਸ ਕਾਮਰੇਡ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਇਹੀ ਕੋਸ਼ਿਸ਼ ਜਿਹੜੀ ਹੈਗੀ ਆ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਉਹ ਕਰ ਰਹੇ ਹੈਗੇ ਆ। ਜਿਹੜੇ ਤਾਂ ਸੁਹਿਰਦ ਲੋਕ ਹੈਗੇ ਆ, ਜਿਹੜੇ ਪੰਜਾਬ ਪੱਖੀ ਲੋਕ ਹੈਗੇ ਆ, ਉਹ ਤਾਂ ਇਹ ਚਾਹੁੰਦੇ ਆ ਕਿ ਭਾਵੇਂ ਖੱਬੇ ਪੱਖੀ ਨੇ, ਭਾਵੇਂ ਸਿੱਖ ਨੇ, ਦਲਿਤ ਨੇ, ਜਿੰਨੇ ਅਪਰੈਸਡ ਲੋਕ ਨੇ, ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੀ ਹਕੂਮਤ ਦੇ ਖਿਲਾਫ ਲੜਨਾ ਚਾਹੀਦਾ। RSS ਸਾਰਿਆਂ ਨੂੰ ਡਿਵਾਈਡ ਕਰਨਾ ਚਾਹੁੰਦੀ ਆ। ਕਦੇ ਉਹ ਪੰਜਾਬ 'ਚ ਦਲਿਤ ਵਰਸਸ ਜਿਹੜਾ ਜੱਟ ਬਣਾਉਣਾ ਚਾਹੁੰਦੀ ਹੈਗੀ ਆ, ਠੀਕ ਆ, ਕਦੇ ਉਹ ਕੋਸ਼ਿਸ਼ ਕਰ ਰਹੀ ਆ ਈਸਾਈ ਵਰਸਸ ਸਿੱਖ ਦੀਆਂ ਵੀ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਹੋ ਸਕਦੀਆਂ ਨੇ। ਉਹ ਤਾਂ ਕਈ ਕੋਸ਼ਿਸ਼ਾਂ ਜਿਹੜੀ ਹੈਗੀ ਕਰ ਰਹੀ ਹੈਗੀ ਆ ਔਰ ਉਸੇ ਕੋਸ਼ਿਸ਼ ਨੂੰ ਵੀ ਪੰਜਾਬ ਦੇ ਲੋਕ ਇਕੱਠੇ ਹੋ ਕੇ ਨਾ ਲੜਨ ਔਰ ਉਹਦੇ 'ਚ ਉਹਨਾਂ ਮੁੱਦਿਆਂ ਦੇ ਵਿੱਚ ਜਿਹੜਾ ਸਿੱਖ ਵਰਸਸ ਕਾਮਰੇਡ ਬਣਾਉਣ ਦੀ ਕੋਸ਼ਿਸ਼ ਆ ਔਰ ਉਹਦੇ ਵਿੱਚ ਹੀ ਜਿਹੜਾ ਉਸੇ ਦਿਸ਼ਾ ਦੇ ਵਿੱਚ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਚੱਲੇ ਔਰ ਉਹਨਾਂ ਨੇ ਜਿਹੜਾ ਭਗਤ ਸਿੰਘ ਦੇ ਉੱਪਰ ਜਿਹੜਾ ਟਾਰਗੇਟ ਕੀਤਾ, ਇਹ ਉਸੇ ਦਿਸ਼ਾ ਵੱਲ ਵਧਿਆ ਕਦਮ ਆ ਔਰ ਇਹਨੂੰ ਕਿਸੇ ਵੀ ਤਰ੍ਹਾਂ ਪੰਜਾਬ ਪੱਖੀ, ਲੋਕ ਪੱਖੀ ਨਹੀਂ ਕਿਹਾ ਜਾ ਸਕਦਾ, ਇਹਨੂੰ ਹਕੂਮਤ ਪੱਖੀ ਹੀ ਕਿਹਾ ਜਾ ਸਕਦਾ ਹੈ। ਤੁਸੀਂ ਕਹਿੰਦੇ ਹਕੂਮਤ ਪੱਖੀ, ਇੱਥੇ ਇੱਕ ਸਵਾਲ ਇਹ ਵੀ ਬਣਦਾ, ਮਾਨ ਸਾਹਿਬ ਲਗਾਤਾਰ ਕਹਿ ਰਹੇ ਕਿ ਮੈਂ ਇੰਡੀਅਨ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਇੰਡੀਆ ਦੀ ਸਟੇਟ ਨੂੰ ਮੈਂ ਆਪਣੀ ਸਟੇਟ ਹੀ ਨਹੀਂ ਮੰਨਦਾ, ਮੈਂ ਤਾਂ ਖਾਲਿਸਤਾਨ ਨੂੰ ਮੰਨਦਾ। ਹਾਂ, ਮੈਂ ਗੁਲਾਮ ਹੈ ਜਿੰਨਾ ਚਿਰ, ਹਾਂ ਜਦੋਂ ਆਜ਼ਾਦੀ ਮਿਲ ਗਈ ਤਾਂ ਮੈਂ ਆਪਣੇ ਖਾਲਿਸਤਾਨ ਦੀ ਗੱਲ ਕਰਦਾ। ਤੁਸੀਂ ਕਹਿੰਦੇ ਹੋ ਕਿ ਕੇਂਦਰ ਦੀ ਬੋਲੀ ਬੋਲਦੇ ਜਾਂ ਸਟੇਟ ਦੀ ਬੋਲੀ ਬੋਲਦੇ? ਨਹੀਂ, ਗੱਲ ਇਹ ਹੁੰਦਾ ਕਿ ਬੰਦੇ ਦੇ ਅਮਲ ਦੇਖੇ ਜਾਂਦੇ ਹੈਗੇ ਆ। ਦੇਖੋ, ਇਹ ਤਾਂ ਮੈਂ ਅੱਗੇ ਗੱਲ ਕਹਿਤੀ ਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ ਉਹ ਤਾਂ ਉਹਦਾ ਅਧਿਕਾਰ ਹੈਗਾ, ਖਾਲਿਸਤਾਨ ਦੀ ਗੱਲ ਕਰਦਾ, ਇਨਕਲਾਬ ਦੀ ਗੱਲ ਕਰਦਾ, ਜਿੰਨੇ ਜੋ ਗੱਲ ਕਰਨੀ ਹੈਗੀ ਉਹਦਾ ਅਧਿਕਾਰ ਆ, ਉਹ ਇਹ ਗੱਲ ਕਰੇ, ਠੀਕ ਆ। ਪਰ ਗੱਲ ਇਹ ਹੈਗੀ ਹੈ ਕਿ ਭਗਤ ਸਿੰਘ ਦਾ ਇਹਦੇ ਨਾਲ ਕੀ ਸੰਬੰਧ ਆ, ਭਗਤ ਸਿੰਘ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈਗਾ, ਠੀਕ ਆ। ਭਗਤ ਸਿੰਘ ਨੂੰ ਭਗਤ ਸਿੰਘ ਜਿਹਨੂੰ ਚੁੱਭਦਾ, ਕੇਂਦਰ ਦੀ ਹਕੂਮਤ ਨੂੰ ਚੁੱਭਦਾ, ਅੰਗਰੇਜ਼ਾਂ ਨੂੰ ਚੁੱਭਦਾ ਸੀ, ਤੇ ਜਾਂ ਉਹ ਜਿੰਨੀ ਇੰਡੀਅਨ ਸਟੇਟ ਹੈਗੀ ਆ ਉਹਦੇ ਪਿੱਠੂਆਂ ਨੂੰ ਚੁੱਭਦਾ ਹੈਗਾ। ਇਹ ਹੁਣ ਤੁਸੀਂ ਆਪ ਇਹਦਾ ਮਤਲਬ ਜਿਹੜਾ ਲੋਕ ਕੱਢ ਲੈਣ ਕਿ ਮਾਨ ਸਾਹਿਬ ਦਾ ਬਿਆਨ ਕਿਹਦੇ ਪੱਖ 'ਚ ਭੁਗਤਦਾ ਹੈਗਾ, ਕਿ ਲੋਕਾਂ ਦੇ ਪੱਖ 'ਚ ਭੁਗਤਦਾ।
ਜਾਂ ਕੇਂਦਰ ਦੇ ਪੱਖ ਦੇ ਵਿੱਚ ਭੁਗਤਦਾ ਹੈਗਾ, ਜਾਂ ਲੜਨ ਵਾਲੇ ਲੋਕਾਂ ਦੇ ਪੱਖ 'ਚ ਭੁਗਤਦਾ ਜਾਂ ਲੜਨ ਵਾਲੇ ਲੋਕਾਂ ਦੇ ਖਿਲਾਫ ਭੁਗਤਦਾ ਹੈਗਾ। ਇਹ ਅੰਦਾਜ਼ਾ ਤਾਂ ਲੋਕ ਆਪਣੇ ਆਪ ਹੀ ਲਗਾ ਸਕਦੇ। ਇੱਕ ਗੱਲ ਇਹ ਵੀ ਵਿਰੋਧ ਉੱਠਦੀ ਹੈ ਨਾ ਕਿ ਜਦੋਂ ਲਾਲ ਕਿਲ੍ਹੇ ਦੇ ਉੱਪਰ ਜਦੋਂ ਝੰਡਾ ਲਹਿਰਾਇਆ ਗਿਆ ਸੀ ਖਾਲਸੇ ਦਾ, ਉਦੋਂ ਕਹਿੰਦੇ ਵਿਰੋਧ ਕਰਨ ਵਾਲੀ ਜਮਾਤ ਵੀ ਫਿਰ ਉਹੀ ਗੱਲ ਵੀ ਭਗਤ ਸਿੰਘ ਦੇ ਜਿਹੜੇ ਜਿਹਨੂੰ ਭਗਤ ਸਿੰਘ ਨੂੰ ਮੰਨਦੇ ਆ, ਕਮਿਊਨਿਸਟਾਂ ਨੇ ਵਿਰੋਧ ਕੀਤਾ ਕਿ ਕਿਉਂ ਝੰਡਾ ਚਲਾਇਆ ਜੀ, ਹੋਰ ਕਿਸੇ ਨੇ ਵਿਰੋਧ ਨਹੀਂ ਕੀਤਾ। ਦੇਖੋ ਇਹ ਐਵੇਂ ਦੱਬੇ ਮੁਰਦੇ ਗਾੜਨ ਵਾਲੀਆਂ ਗੱਲਾਂ ਨੇ, ਇਹ ਗੱਲਾਂ ਹੋ ਚੁੱਕੀਆਂ ਨੇ, ਨਿਬੜ ਚੁੱਕੀਆਂ ਨੇ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ ਗਾ। ਠੀਕ ਆ, ਲਾਲ ਕਿਲ੍ਹਾ ਪਿਆ ਹੈਗਾ, 15 ਅਗਸਤ ਆ ਰਹੀ ਹੈ, 26 ਜਨਵਰੀ ਆਵੇ, ਜਿਹੜਾ ਮਰਜ਼ੀ ਚੜਾਵੇ ਝੰਡਾ ਜਾ ਕੇ, ਸਾਨੂੰ ਕੋਈ ਇਤਰਾਜ਼ ਨਹੀਂਗਾ, ਸਾਨੂੰ ਕੋਈ ਇਤਰਾਜ਼ ਨਹੀਂਗਾ। ਅੱਜ ਝੰਡਾ ਚੜਾਓ, ਕੱਲ੍ਹ ਚੜਾਓ, ਸੁਬਾਹ ਚੜਾਓ, ਦੁਪਹਿਰੇ ਚੜਾਓ, ਰਾਤ ਨੂੰ 12 ਵਜੇ ਚੜਾ ਦਿਓ, ਅੰਮ੍ਰਿਤ ਵੇਲੇ ਚੜਾ ਦਿਓ, ਸਾਨੂੰ ਕੀ ਇਤਰਾਜ਼ ਹੈਗਾ? ਕਿਸੇ ਨੂੰ ਕੋਈ ਇਤਰਾਜ਼ ਨਹੀਂ। ਜੀ ਸਦਕੇ ਮਾਨ ਸਾਹਿਬ ਜਾਣ, ਜਿੰਨੇ ਇਸ ਗੱਲ ਦੇ ਹਮਾਇਤੀ ਆ ਉਹ ਜਾਣ ਤੇ ਝੰਡਾ ਜਿਹੜਾ ਹੈਗਾ ਲਹਿਰਾ ਦੇਣ, ਸਾਨੂੰ ਕੀ ਇਤਰਾਜ਼ ਆ? ਕੋਈ ਇਤਰਾਜ਼ ਨਹੀਂ ਗਾ ਸਾਨੂੰ, ਨਾ ਪਹਿਲਾਂ ਸੀ ਨਾ ਹੁਣ। ਸਵਾਲ ਇਹ ਆ ਕਿ ਕਿਸਾਨ ਅੰਦੋਲਨ ਇਸ ਦੇਸ਼ ਦੇ ਲੋਕਾਂ ਦਾ ਅੰਦੋਲਨ ਸੀ, ਉਹ ਕਿਸੇ ਖਾਸ ਧਰਮ ਵਿਸ਼ੇਸ਼ ਦਾ ਅੰਦੋਲਨ ਨਹੀਂ ਸੀਗਾ। ਮਤਭੇਦ ਇੱਥੇ ਆ, ਮਤਭੇਦ ਨਿਸ਼ਾਨ ਸਾਹਿਬ ਨਾਲ ਨਹੀਂ, ਮਤਭੇਦ ਸਿੱਖੀ ਨਾਲ ਨਹੀਂ। ਜਿਹੜੇ ਲੋਕ ਇਹ ਗੱਲ ਨੂੰ ਇਦਾਂ ਬਣਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਉਹ ਉਦੋਂ ਵੀ ਕੇਂਦਰ ਦੇ ਹੱਥ ਠੋਕੇ ਬਣ ਕੇ ਵਿਚਰ ਰਹੇ ਸੀ ਤੇ ਹੁਣ ਵੀ ਵਿਚਰ ਰਹੇ ਹੈਗੇ। ਅੱਛਾ, ਆਖਰੀ ਸਵਾਲ ਆਵਾਂਗੇ। ਆਮ ਆਦਮੀ ਪਾਰਟੀ ਨੇ ਤੇ ਬੜਾ ਜਿਹੜੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ, ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੀ ਤੁਸੀਂ ਮੰਨਦੇ ਹੋ ਹੁਣ ਜਦੋਂ ਤੋਂ ਸਰਕਾਰ ਬਣੀ ਹੈ, ਭਗਤ ਸਿੰਘ ਦੀ ਫੋਟੋ ਹਰੇਕ ਦਫ਼ਤਰ ਦੇ ਵਿੱਚ ਹੈ, ਨਾਲ ਡਾਕਟਰ ਬੀ ਆਰ ਅੰਬੇਦਕਰ ਦੀ ਵੀ ਹੈ, ਕੀ ਤੁਸੀਂ ਮੰਨਦੇ ਹੋ ਵੀ ਭਗਤ ਸਿੰਘ ਦੀ ਵਾਕਈ ਸੋਚ ਤੇ ਇਹ ਪਾਰਟੀ ਵੀ ਚੱਲ ਰਹੀ ਹੈ? ਨਹੀਂ, ਇਹ ਭਗਤ ਸਿੰਘ ਦੀ ਸੋਚ ਨਾਲ ਇਹਨਾਂ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ। ਨਹੀਂ, ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਮੰਨਦੇ ਹਾਂ, ਸਾਡੇ ਸੀਐਮ ਉਹਨਾਂ ਦੀ ਸੋਚ ਨੂੰ ਮੰਨਦੇ ਆ। ਸੀਐਮ ਸਾਹਿਬ ਕਿਵੇਂ ਉਹਨਾਂ ਦੀ ਸੋਚ ਨੂੰ ਮੰਨਦੇ ਹੈਗੇ ਆ? ਮੈਨੂੰ ਤਾਂ ਸਮਝ ਨਹੀਂ ਆਈ ਕਿਵੇਂ ਮੰਨਦੇ ਹੈਗੇ ਆ। ਅਮੀਰ ਪੱਖੀ ਨੀਤੀਆਂ ਨੇ। ਭਗਤ ਸਿੰਘ ਦਾ ਜਿਹੜਾ ਨਾਰਾ ਹੈਗਾ ਉਹ ਅੱਧਾ ਲਾਉਂਦੇ ਆ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਤਾਂ ਕਹਿੰਦੇ ਨਹੀਂ, ਕਿਉਂਕਿ ਜੇ ਸਾਮਰਾਜਵਾਦ ਮੁਰਦਾਬਾਦ ਕਹਿਣਾ, ਠੀਕ ਹੈ, ਫਿਰ ਲਵਲੀ ਵਾਲਾ ਨਾਰਾਜ਼ ਹੋਊਗਾ, ਫਿਰ ਅੰਬਾਨੀ ਅੰਡਾਨੀ ਜਿੰਦਲ ਮਿੱਤਲ ਇਹ ਨਾਰਾਜ਼ ਹੋਣਗੇ, ਫਿਰ ਕਈ ਨਾਰਾਜ਼ ਹੋਣਗੇ, ਫਿਰ ਬਰਨਾਲੇ ਵਾਲਾ ਰਜਿੰਦਰ ਗੁਪਤਾ ਨਾਰਾਜ਼ ਹੋਊਗਾ। ਠੀਕ ਹੈ, ਰਜਿੰਦਰ ਗੁਪਤੇ ਦੇ ਕੁੱਛੜ ਚੜੇ ਹੋਏ ਨਾ ਪਹਿਲਾਂ ਹੁਣ। ਠੀਕ ਆ, ਇਸ ਕਰਕੇ ਇਹ ਸਾਰੇ ਲੋਕ ਜਿਹੜੇ ਹੈਗੇ ਆ ਨਾਰਾਜ਼ ਹੋਣਗੇ। ਇਸ ਕਰਕੇ ਉਹ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਨਹੀਂ ਲਾਉਂਦੇਗੇ, ਉਹ ਇਨਕਲਾਬ ਜਿੰਦਾਬਾਦ ਕਹਿੰਦੇ ਆ। ਤੇ ਇੱਥੇ ਇਨਕਲਾਬ ਜਿਹੜਾ ਹੈਗਾ ਸਾਮਰਾਜਵਾਦ ਨੂੰ ਮੁਰਦਾਬਾਦ ਕਹਿ ਕੇ ਸਾਮਰਾਜ ਨੂੰ ਮਾਰ ਕੇ ਹੋਣਾ, ਕਿਉਂਕਿ ਜਿਹੜਾ ਸਾਮਰਾਜੀ ਮੁਲਕ ਆ, ਸਾਮਰਾਜੀ ਕੰਪਨੀਆਂ ਔਰ ਇੱਥੋਂ ਦੇ ਜਿਹੜੇ ਦੇਸੀ ਕਾਰਪੋਰੇਟ ਆ, ਉਹ ਇਸ ਦੇਸ਼ ਦਾ ਜਲ ਜੰਗਲ ਜ਼ਮੀਨ ਜਿਹੜਾ ਸਭ ਕੁਝ ਹੈਗੇ ਆ ਉਹ ਲੁੱਟ ਰਹੇ ਆ। ਔਰ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ, ਇਹ ਉਹਨਾਂ ਜਲ ਜੰਗਲ ਜ਼ਮੀਨ ਲੁੱਟੀ ਜਾਣ ਵਾਲੀਆਂ ਨੀਤੀਆਂ ਦੇ ਪੱਖ ਦੇ ਵਿੱਚ ਹੀ ਖੜੀ ਆ। ਜਦੋਂ ਖੇਤੀ ਕਾਨੂੰਨ ਆਏ ਸੀ, ਸਭ ਤੋਂ ਪਹਿਲਾਂ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਿਹੜਾ ਸੀਗਾ ਉਹ ਸ਼੍ਰੀ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਜਿਹੜਾ ਸੀਗਾ ਉਹ ਕੀਤਾ ਸੀਗਾ। ਇਸ ਕਰਕੇ ਭਗਤ ਸਿੰਘ ਅਤੈਸ਼ੀ ਹੋਣ ਦੀ ਜਿਹੜੀ ਇਹ ਗੱਲ ਕਰ ਰਹੀ ਆ, ਇਹ ਸਿਰਫ ਜਿਹੜੀ ਹੈਗੀ ਆ ਉਹ ਡਰਾਮੇਬਾਜ਼ੀ ਕਰ ਰਹੇ ਹੈਗੇ ਆ, ਇਸ ਤੋਂ ਵੱਧ ਕੇ ਕੁਝ ਨਹੀਂ ਗਾ। ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਸ਼ੁਕਰੀਆ ਬਾਈ ਜੀ। ਤਾਂ ਗੱਲਬਾਤ ਕੀਤੀ ਰਜਿੰਦਰਦੀਪ ਸਿੰਘ ਵਾਲਾ ਸਾਡੇ ਨਾਲ ਸਨ, ਤਾਂ ਉਹਨਾਂ ਨੇ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਸ ਵਕਤ ਬਿਆਨ ਆਉਣਾ ਚਾਹੀਦਾ ਸੀ ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਦੇ ਪਾਣੀਆਂ ਤੇ, ਪੰਜਾਬ ਤੇ ਖੋਏ ਜਾਣ ਵਾਲੇ ਇਲਾਕਿਆਂ ਤੇ, ਚੰਡੀਗੜ੍ਹ ਤੇ, ਪਰ ਉਹਨਾਂ ਦਾ ਬਿਆਨ ਭਗਤ ਸਿੰਘ ਤੇ ਆਉਣਾ ਇੱਕ ਮੰਦਭਾਗਾ ਹੈ। ਉਹਨਾਂ ਨੇ ਕਿਹਾ ਕਿ ਭਗਤ ਸਿੰਘ ਨੂੰ ਉਹੀ ਮਾੜਾ ਕਹਿ ਸਕਦਾ ਹੈ ਜੋ ਕੇਂਦਰ ਦੀਆਂ ਜਾਂ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਨਾਲ ਸਹਿਮਤ ਸੀ, ਪਰ ਭਗਤ ਸਿੰਘ ਨੂੰ ਉਹ ਕੋਈ ਮਾੜਾ ਨਹੀਂ ਕਹਿੰਦਾ ਜੋ ਇਹਨਾਂ ਚੀਜ਼ਾਂ ਦੇ ਖਿਲਾਫ ਸੀ। ਸਾਈਮਨ ਕਮਿਸ਼ਨ, ਸਾਂਡਰਸ ਦਾ ਵਿਰੋਧ ਉਹ ਤਾਂ ਹੀ ਕੀਤਾ ਸੀ ਕਿ ਉਹ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਲੈ ਕੇ ਭਾਰਤ ਦੇ ਵਿੱਚ ਆ ਰਹੇ ਸੀ, ਪਰ ਇਸ ਤਰੀਕੇ ਅਜਿਹਾ ਬਿਆਨ ਦਿੱਤਾ ਜਾਣ 'ਤੇ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਅਜਿਹੇ ਬਿਆਨ ਉਹੀ ਦਿੰਦਾ ਹੈ ਜੋ ਕੇਂਦਰ ਦਾ ਹੱਥ ਠੋਕਾ ਹੋਵੇ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।